ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 23ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਗਵਾਰੜੀ ਮਹੱਲਾ ਤੀਜਾ। ਸੋ ਥਾਉ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸੱਚ ਸੋਏ। ਸੱਚੀ ਬਾਣੀ ਜੁਗ ਚਾਰੇ ਜਾਪੇ, ਸਭ ਕੁਝ ਸਾਚਾ ਆਪੇ ਆਪੇ। ਕਰਮ ਹੋਵੇ ਸਤ ਸੰਗ ਮਿਲਾਏ, ਹਰ ਗੁਣ ਗਾਵੇ ਬੈਸ ਸੁਥਾਏ ਰਹਾਓ। ਜਲਿਓ ਏ ਜੇਵਾ ਦੂਜੇ ਪਾਏ, ਹਰ ਰਸ ਨ ਚਾਖੇ ਫੀਕਾ ਲਾਏ। ਬਿਨ ਬੂਝੇ ਤਨ ਮਨ ਫੀਕਾ ਹੋਏ, ਬਿਨ ਨਾਵੇਂ ਦੁਖਿਆ ਚੱਲਿਆ ਰੋਏ। ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ, ਗੁਰ ਕਿਰਪਾ ਤੇ ਸੱਚ ਸਮਾਏ। ਸਾਚੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੇ ਨਿਰਮਲ ਧਾਰ। ਨਾਮ ਸਮਾਵੇ ਜੋ ਭਾਂਡਾ ਹੋਏ, ਊਂਦੇ ਭਾਂਡੇ ਟਿਕੇ ਨ ਕੋਏ। ਗੁਰ ਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ। ਗੁਰ ਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਉਹ ਥਾਂ ਸੱਚ ਰੂਪ ਹੈ ਜਿੱਥੇ ਮਨੁੱਖੀ ਮਨ ਪਵਿੱਤਰ ਹੋ ਜਾਂਦਾ ਹੈ ਜੀ। ਜਿਹੜਾ ਮਨ ਸੱਚ ਵਿੱਚ ਨਿਵਾਸ ਕਰੇ ਉਹ ਸੱਚ ਰੂਪ ਬਣ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੱਚੀ ਗੁਰਬਾਣੀ ਦੁਆਰਾ ਉਹ ਚੌਹਾਂ ਜੁਗਾਂ ਅੰਦਰ ਜਾਣਿਆ ਜਾਂਦਾ ਹੈ ਜੀ, ਅਤੇ ਉਸਦਾ ਇਹ ਨਿਸ਼ਚਾ ਬੱਝ ਜਾਂਦਾ ਹੈ ਜੀ ਕਿ ਸਭ ਕੁਝ ਸੱਚਾ ਪਰਮੇਸ਼ਰ ਆਪ ਹੀ ਹੈ ਜੀ। ਫਿਰ ਗੁਰੂ ਜੀ ਦੱਸਦੇ ਹਨ ਕਿ ਜਿਸ ਉੱਤੇ ਵਾਹਿਗੁਰੂ ਦੀ ਬਖਸ਼ਿਸ਼ ਕਿਰਪਾ ਹੋਵੇ, ਉਸ ਨੂੰ ਉਹ ਗੁਰਸ਼ਬਦ ਗੁਰਬਾਣੀ ਸਤ ਸੰਗਤ ਨਾਲ ਮਿਲਾਉਂਦਾ ਹੈ ਜੀ, ਅਤੇ ਫਿਰ ਉਹ ਮਨੁੱਖ ਉਸ ਥਾਂ 'ਤੇ ਬੈਠ ਕੇ ਹਰੀ ਦੇ ਗੁਣ ਗਾਉਂਦਾ ਹੈ ਜੀ। ਭਾਵ ਗੁਰਮਤਿ ਦੁਆਰਾ ਗੁਰਬਾਣੀ ਦਾ ਆਨੰਦ ਮਾਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਰਸਨਾ ਜਿਹੜੀ ਦੂਜੇ ਦੇ ਪਿਆਰ ਵਿੱਚ ਲੱਗ ਰਹੀ ਹੈ, ਸੜ ਜਾਏ। ਭਾਵ ਦੂਜੇ ਦੀਆਂ ਚੁਗਲੀਆਂ ਕਰਦੀ ਹੈ, ਉਹ ਸੜ ਜਾਏ, ਕਿਉਂਕਿ ਇਹ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਦਾ ਰਸ ਨਹੀਂ ਚੱਖਦੀ, ਫਿੱਕਾ ਝੂਠ ਚੁਗਲੀਆਂ ਕਰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹਰੀ ਦਾ ਗਿਆਨ ਸਮਝੇ ਬਿਨਾਂ ਤਨ ਤੇ ਮਨ ਫਿੱਕਾ ਹੋ ਜਾਂਦਾ ਹੈ ਜੀ। ਭਾਵ ਐਵੇਂ ਕਿਸੇ ਦੀ ਬੁਰਾਈ ਕਰਨੀ, ਉਸ ਦੇ ਨਾਲ ਸਭ ਕੁਛ ਹੋਰ ਵਿਕਾਰ ਪੈਦਾ ਹੁੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਲਈ ਮਨੁੱਖ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਦੁਖੀ ਹੋ ਕੇ ਹੀ ਇਸ ਸੰਸਾਰ ਤੋਂ ਚਲਾ ਜਾਂਦਾ ਹੈ ਜੀ। ਭਾਵ ਵਿਕਾਰਾਂ ਵਿੱਚ ਫਸਿਆ ਹੀ, ਝੂਠ ਬੋਲ ਕੇ ਚੁਗਲੀ ਨਿੰਦਾ ਕਰਦਿਆਂ ਹੀ ਇਸ ਸੰਸਾਰ ਤੋਂ ਚੂਕ ਕਰ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੀ ਭਾਈ ਜੋ ਹਿਰਦਾ ਸੁੱਧ ਹੁੰਦਾ ਹੈ, ਸਿੱਧਾ ਹੁੰਦਾ ਹੈ, ਗੁਰਸ਼ਬਦ ਗੁਰਬਾਣੀ ਨਾਮ ਉਸ ਹਿਰਦੇ ਵਿੱਚ ਹੀ ਸਮਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੂੰਦੇ ਭਾਵ ਗੁਰੂ ਤੋਂ ਬੇਮੁਖ, ਗੁਰਸ਼ਬਦ ਤੋਂ ਬੇਮੁਖ ਹਿਰਦੇ ਵਿੱਚ ਕੋਈ ਵਸਤੂ ਨਹੀਂ ਟਿਕਦੀ ਜੀ। ਗੁਰੂ ਦੇ ਸ਼ਬਦ ਗੁਰਬਾਣੀ ਦੁਆਰਾ ਹੀ ਨਾਮ ਜਪਣ ਨਾਲ ਮਨ ਵਿੱਚ ਪਰਮੇਸ਼ਰ ਦਾ ਨਿਵਾਸ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਹਿਰਦਾ ਸੱਚ ਰੂਪ ਹੈ ਜਿਸ ਨੂੰ ਗੁਰਸ਼ਬਦ ਗੁਰਬਾਣੀ ਸ਼ਬਦ ਦੀ ਪਿਆਸ ਹੈ ਜੀ। ਭਾਵ ਉਹ ਹਿਰਦਾ ਸ਼ੁੱਧ ਹੈ ਜਿਸ ਨੂੰ ਪਰਮੇਸ਼ਰ ਦੀ ਲਗਨ ਲੱਗੀ ਹੋਈ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਕਹਿੰਦੇ ਹਨ,
ਕਿ ਸੰਸਾਰ ਵਿੱਚ ਸਭ ਤੋਂ ਸ੍ਰੇਸ਼ਟ ਸਥਾਨ ਸਤਸੰਗਤ ਦਾ ਹੈ ਜੀ, ਜਿਸ ਵਿੱਚ ਬੈਠ ਕੇ ਪਰਮੇਸ਼ਰ ਦਾ ਨਿਰਮਲ ਗੁਰਸ਼ਬਦ ਗੁਰਬਾਣੀ ਨਾਮ ਜਪਿਆ ਜਾਂਦਾ ਹੈ ਜੀ। ਗੁਰਸ਼ਬਦ ਗੁਰਬਾਣੀ ਨਾਮ ਦੀ ਨਿਰਮਲ ਤਾਰ ਪੀਣ ਨਾਲ ਜਿੱਥੇ ਮਨੁੱਖੀ ਮਨ ਨਿਰਮਲ ਹੁੰਦਾ ਹੈ ਜੀ, ਉੱਥੇ ਹੀ ਉਸ ਦਾ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਕੇਵਲ ਮੂੰਹੋਂ ਮਿੱਠੀਆਂ ਗੱਲਾਂ ਕਰਨ ਦੀ ਗੱਲ ਨਹੀਂ ਕਹੀ। ਜਿਵੇਂ ਹਰ ਰਸ ਤੋਂ ਬਿਨਾਂ ਸਾਰੇ ਰਸ ਫਿੱਕੇ ਹਨ, ਤਿਵੇਂ ਹੀ ਗੁਰਸ਼ਬਦ ਗੁਰਬਾਣੀ ਤੋਂ ਬਿਨਾਂ ਹੋਰ ਸਭ ਬਾਣੀ ਫਿੱਕੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੜਾ ਮਨੁੱਖ ਉੱਤੋਂ ਮਿੱਠੇ ਬੋਲ ਬੋਲਦਾ ਹੈ ਪਰ ਅੰਦਰੋਂ ਕੁਝ ਹੋਰ ਹੈ, ਕੀ ਉਸ ਨੂੰ ਤੁਸੀਂ ਸੱਚਾ ਮੰਨ ਲਓਗੇ? ਜੋ ਕੁਝ ਹਿਰਦੇ ਵਿੱਚ ਹੈ ਉਹੀ ਕਹਿਣਾ ਚਾਹੀਦਾ ਹੈ ਜੀ। ਉੱਪਰੋਂ ਕਹਿਣਾ ਹਵਾ ਵਾਂਗ ਵਿਅਰਥ ਹੈ ਜੀ। ਫਿਰ ਗੁਰੂ ਜੀ ਦੱਸਦੇ ਹਨ ਕਿ ਗੁਰਬਾਣੀ ਵਿੱਚ ਹਿਰਦੇ ਨੂੰ ਭਾਂਡੇ ਦੀ ਨਿਆਈ ਦੱਸ ਕੇ ਗੂੜ ਗਿਆਨ ਦੀ ਇੱਕ ਗੱਲ ਸਮਝਾਈ ਹੈ ਜੀ। ਜਿਵੇਂ ਭਾਂਡਾ ਜ਼ਹਿਰ ਤੇ ਕਹਿਰ ਦੋਨਾਂ ਨਾਲ ਭਰਿਆ ਜਾ ਸਕਦਾ ਹੈ ਜੀ, ਤਿਵੇਂ ਹੀ ਹਿਰਦਾ ਵੀ ਝੂਠ ਅਤੇ ਮਾਰੂ ਅਵਗੁਣਾਂ ਨਾਲ, ਵਿਕਾਰਾਂ ਨਾਲ ਭਰਿਆ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਦੂਜਾ ਪੱਖ ਇਹ ਹੈ ਕਿ ਹਿਰਦੇ ਵਿੱਚ ਬਿਖ ਤੇ ਅੰਮ੍ਰਿਤ ਦੋਵੇਂ ਵਸਤਾਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹਨਾਂ ਨੂੰ ਵੇਖਣ ਤੇ ਪਰਖਣ ਵਾਲੀ ਬਿਰਤੀ ਗੁਰਸ਼ਬਦ ਗੁਰਬਾਣੀ ਦੁਆਰਾ ਹੀ ਪ੍ਰਾਪਤ ਹੁੰਦੀ ਹੈ ਜੀ। ਤੇ ਤਾਂ ਹੀ ਕੋਈ ਤੱਤ ਵਸਤੂ ਨੂੰ ਲੱਖ ਸਕਦਾ ਹੈ ਜੀ, ਭਾਵ ਸਮਝ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਵੱਡੀ ਗੱਲ ਭਾਂਡੇ ਦਾ ਸਿੱਧਾ ਤੇ ਸ਼ੁੱਧ ਹੋਣਾ ਹੈ ਜੀ, ਭਾਵ ਆਪਣੇ ਮਨ ਦੇ ਵਿਚਾਰ ਸ਼ੁੱਧ ਤੇ ਸੱਚੇ ਹੋਣੇ ਚਾਹੀਦੇ ਹਨ ਜੀ। ਸਿੱਧੇ ਭਾਂਡੇ ਦੇ ਇਹ ਲੱਛਣ ਹਨ ਕਿ ਉਹ ਸਦਾ ਸਾਈਂ ਪਰਮੇਸ਼ਰ ਦੇ ਸਨਮੁਖ ਤੇ ਰਜਾ ਵਿੱਚ ਰਹਿੰਦਾ ਹੈ ਜੀ, ਭਾਵ ਉਹ ਆਪਣੇ ਵਿਕਾਰ ਛੱਡ ਕੇ ਗੁਰਮਤਿ ਦੀ ਜ਼ਿੰਦਗੀ ਬਤੀਤ ਕਰਦਿਆਂ ਹੋਇਆਂ ਉਹ ਪਰਮੇਸ਼ਰ ਦੀ ਰਜਾ ਨੂੰ, ਹੁਕਮ ਨੂੰ ਸਮਝਦਾ ਹੈ ਜੀ, ਅਤੇ ਉਸ ਅਨੁਸਾਰ ਜੀਵਨ ਬਤੀਤ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੂਰਦਾ ਭਾਂਡਾ ਮਨਮੁਖ ਦਾ ਬੇਮੁਖਤਾਈ ਦਾ ਪ੍ਰਤੀਕ ਹੈ ਜੀ, ਜਿਸ ਦਾ ਮੂੰਹ ਸਦਾ ਮਨ ਤੇ ਮਾਇਆ ਵੱਲ ਰਹਿੰਦਾ ਹੈ ਜੀ, ਭਾਵ ਵਿਕਾਰਾਂ ਵੱਲ, ਤੇ ਉਸ ਵਿੱਚ ਫਸਿਆ ਰਹਿੰਦਾ ਹੈ ਜੀ। ਉਸ ਦਾ ਮੂਧੇ ਭਾਂਡੇ ਵਾਲਾ ਹੀ ਹਾਲ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੋ ਪਰਮੇਸ਼ਰ ਦਾ ਅੰਮ੍ਰਿਤ ਰੂਪ ਗੁਰਸ਼ਬਦ ਗੁਰਬਾਣੀ ਨਾਮ ਸਿੱਧੇ ਭਾਂਡੇ ਵਿੱਚ ਹੀ ਟਿਕਦਾ ਹੈ ਜੀ, ਭਾਵ ਵਿਕਾਰ ਤੇ ਝੂਠ ਮਨ ਤੇ ਸਰੀਰ ਤੋਂ ਕੱਢਣੇ ਪੈਂਦੇ ਹਨ ਜੀ। ਸੋ ਸਿਧਾਂਤ ਇਹ ਹੈ ਕਿ ਗੁਰਮੁਖ ਸ਼ਬਦ ਗੁਰਬਾਣੀ ਨਾਮ ਦੀ ਕਾਲ ਕਮਾਈ ਕਰਦਾ ਹੈ ਜੀ, ਅਤੇ ਗੁਰੂ ਦੀ ਕਿਰਪਾ ਤੇ ਉਸਦੇ ਉਦਮ ਦਾ ਸਦਕਾ ਉਸਦੇ ਹਿਰਦੇ ਰੂਪੀ ਭਾਂਡੇ ਵਿੱਚ ਪਰਮੇਸ਼ਰ ਦਾ ਪਿਆਰ ਜਮ੍ਹਾਂ ਹੁੰਦਾ ਰਹਿੰਦਾ ਹੈ ਜੀ। ਪਰ ਮਨਮੁਖ ਦਾ ਮੂਧਾ ਭਾਂਡਾ ਇਲਾਹੀ ਦਾਤ ਤੋਂ ਸਖਣਾ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਸਰੀਰ ਮਾਨੋ ਕਰਮਾਂ ਦੀ ਧਰਤੀ ਹੈ, ਅਤੇ ਗੁਰਮੁਖ ਜੀਵੜੇ ਮਿਹਨਤ ਕਰਕੇ ਗੁਰਸ਼ਬਦ ਗੁਰਬਾਣੀ ਹਰ ਨਾਮ ਰੂਪੀ ਤੱਤ ਮੱਖਣ ਕੱਢ ਲੈਂਦੇ ਹਨ ਜੀ, ਭਾਵ ਗੁਰਮਤਿ ਦੁਆਰਾ ਉਹਨਾਂ ਨੂੰ ਉਸ ਸੱਚ ਪਰਮੇਸ਼ਰ ਦੀ ਸਮਝ ਹੋ ਜਾਂਦੀ ਹੈ ਜੀ, ਅਤੇ ਉਹ
ਗੁਰੂ ਦਾ ਹੁਕਮ ਰਜਾ ਸਮਝਦਿਆਂ ਹੋਇਆਂ, ਪਰਮੇਸ਼ਰ ਦੀ ਰਜਾ ਸਮਝਦਿਆਂ ਹੋਇਆਂ ਹਰ ਮੂਲ ਨਾਲ ਇੱਕਮਿਕ ਹੋ ਜਾਂਦੇ ਹਨ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੀਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।